तेरी सब ते वड्डा सतगुर नानक, जिन कल राखी मेरी। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। जिन कल राखी मेरी। गुरु रूप गुरु प्यारी साध संगत जी, सिनिमर फतेह प्रवान करनी जी। वाहिगुरु जी का खालसा, वाहिगुरु जी की फतेह जी। अज दा जो पावन हुक्मनामा साहिब है, ये गुरु अर्जन देव जी महाराज उन्हां दी मिठी रसना तो गायन किया होया शब्द है। 700 अंग ते साहिब श्री गुरु ग्रंथ साहिब जी महाराज दे विच ये पावन शब्द अंकित है। गुरु अर्जन देव जी पातशाह जी ने इस शब्द के अंदर वाहिगुरु की किरपा जिन्हां ते हो जाती है, गुरमुखां ते, वो जीवन के सच नूं बुझ लेंदे आ। उन्हां दी रीति ते उन्हां दी चाल निर्मल हो जाती आ। पर वो कोई हुंदे आ, थोड़े हुंदे आ गुरमुख जिहड़े आ। चंदन जिहड़ा है हर पिंड विच नहीं हुंदा। चंदन दा बाग, चंदन दे बूटे, चंदन दे दरख्त, कोहिनूर हीरा हर देश च नहीं हुंदा। इस तरह ही गुरमुख भी कोई हुंदे आ। माँ प्यो चाहे घर वाली आ, पत्नी आ, चाहे पुत्र आ, चाहे रिश्तेदार आ, चाहे कोई प्यारा प्रेमी है, ते चाहे भरा वा, ये पिछले जन्मां दे करके ही इत्थे सानू मिले असल विच, पर अंत समय सहाई नहीं हो सकते। मोतियां दी माला होवे, सोना होवे, लाल हीरा होवे, मन नूं खुश करन वाली माया होवे, पर जे वो ना होवे, उहदा प्यार ना होवे दिल च, हाय हाय करदिआं जिंदगी लंघदी आ। हाथी होण, रथ होण, घोड़े होण हवा वांग भज्जण वाले, 4 तरह की फौज होवे, नाम ना जपिया ते इंसान नंगा ही आउंदा ते नंगा ही जांदा है। खाली हथ आउंदा, खाली हथ जांदा है। संतां दे संग हो के जिन्हां ने उहदे गीत गाए आ रब दे, उन्हां दा मुख उजला होया। जन्म मरण वल्लों उन्हां नूं छुट्टी मिली है। ये गुरु अर्जन देव जी ने दस्सिया। विस्तार दे नाल आओ आपां समझीए हुण। जैत सरी महला पंजवा, घर तीजा। एक ओंकार सतगुर प्रसाद। राग जैतसरी है। गुरु अर्जन देव जी महाराज दे पावन बचन महला पंजवा ते तीजे घर विच गाउण लई कह रहे हैं। एक ओंकार सतगुर प्रसाद। ओ वाहिगुरु परमेश्वर एक ही है। ओंकार दी धुनियां
ਸ਼ਕਤੀਸ਼ਾਲੀ ਬੋਲ ਜਿਸ ਤੋਂ ਸਾਰੀ ਸ੍ਰਿਸ਼ਟੀ ਬਣੀ ਆ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਕੋਈ ਜਾਣੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਕੋਈ ਜਾਣੈ, ਕੋਈ ਜਾਣਦਾ ਇਹ ਗੱਲ। ਕਵਣ ਈਹਾਂ ਜਗ ਮੀਤ, ਅਸਲੀ ਮਿੱਤਰ ਕੌਣ? ਕੋਈ ਗੁਰਮੁਖ ਹੀ ਜਾਣਦਾ ਇਹ ਗੱਲ ਕਿ ਅਸਲ ਵਿੱਚ ਅਸਲੀ ਮਿੱਤਰ ਕੌਣ ਹੁੰਦਾ। ਸਾਡੇ ਜਨਮ ਲੈਣ ਤੋਂ ਬਾਅਦ ਇੱਥੇ ਧਰਤੀ 'ਤੇ ਆਏ ਹਾਂ, ਬਹੁਤ ਮਿੱਤਰ ਬਣ ਜਾਂਦੇ ਆ, ਬਹੁਤ ਦੋਸਤ, ਪਰ ਅਸਲ ਮਿੱਤਰ ਦੀ ਪਛਾਣ ਵਿਰਲਿਆਂ ਨੂੰ ਆਉਂਦੀ ਆ ਕਿ ਮਿੱਤਰ ਪਰਮਾਤਮਾ ਹੈ, ਮਿੱਤਰ ਗੁਰੂ ਹੈ, ਮਿੱਤਰ ਨਾਮ ਹੈ, ਮਿੱਤਰ ਬਾਣੀ ਹੈ, ਮਿੱਤਰ ਚੰਗੀਆਂ ਪੁਸਤਕਾਂ ਨੇ, ਦੋਸਤ ਮਿੱਤਰ ਗੁਰਮੁਖ ਨੇ ਜਿਹੜੇ ਉਹਦੇ ਨਾਲ ਜੋੜਦੇ ਆ। ਕਿਸੇ ਨੂੰ ਸਮਝ ਆਉਂਦੀ ਹੈ। ਜਿਸ ਹੋਏ ਕਿਰਪਾਲ, ਜਿਹਦੇ 'ਤੇ ਕਿਰਪਾ ਹੋ ਜਾਂਦੀ ਆ, ਹੋਏ ਕਿਰਪਾਲ ਰੱਬ ਦੀ ਮਿਹਰ ਹੋ ਜਾਂਦੀ ਆ, ਸੋਈ ਬਿਦ ਬੂਝੈ, ਉਹ ਇਹ ਗੱਲ ਬੁੱਝਦਾ, ਤਾਂ ਕਿ ਨਿਰਮਲ ਰੀਤ, ਉਹਦੀ ਰੀਤੀ ਜਿਹੜੀ ਆ ਨਿਰਮਲ ਹੁੰਦੀ ਆ, ਉਜਲੀ ਹੁੰਦੀ ਆ, ਉਹਦਾ ਮੁਖ ਉਜਲਾ, ਉਹਦੇ ਕਰਮ ਉਜਲੇ, ਅਤੇ ਉਹਦਾ ਦੇਖਣਾ ਨਿਰਮਲ, ਉਹਦਾ ਵਰਤਣਾ ਵਰਤਾਵਾ ਨਿਰਮਲ, ਉਹਦੀ ਬੋਲੀ ਨਿਰਮਲ, ਉਹਦੀ ਬਾਣੀ ਨਿਰਮਲ। ਅਤੇ ਭਾਵ ਕਿ ਉਹ ਬੰਦਾ ਆਪਣੇ ਆਪ ਦੇ ਵਿੱਚ ਕੁਝ ਨਾ ਹੋ ਕੇ ਬਹੁਤ ਕੁਝ ਹੁੰਦਾ। ਉਹ ਹੁੰਦਾ ਹੀ ਤਾਂ ਬਹੁਤ ਕੁਝ, ਕਿਉਂਕਿ ਉਹ ਕੁਝ ਨਹੀਂ ਹੁੰਦਾ ਆਪਣੇ ਆਪ ਦੇ ਵਿੱਚ, ਸਮਝਦਾ ਨਹੀਂ ਆਪਣੇ ਆਪ ਨੂੰ ਕੁਝ ਵੀ। ਮੈਂ ਕੁਝ ਨਹੀਂ ਹਾਂ ਜੋ ਕਹਿੰਦੇ ਨੇ ਉਹ ਸਭ ਕੁਝ ਹੋ ਜਾਂਦੇ ਨੇ। ਫਿਰ ਉਹ ਦੂਜਿਆਂ ਦੀਆਂ ਗਲਤੀਆਂ 'ਤੇ ਪਰਦਾ ਪਾਉਂਦਾ, ਗੁਰਮੁਖ ਜਿਹੜਾ ਸਮਝਾਉਂਦਾ ਪਿਆਰ ਦੇ ਨਾਲ, ਪਰ ਉਹਨਾਂ ਦੀਆਂ ਗੱਲਾਂ, ਲੋਕਾਂ ਦੀਆਂ, ਦੋਸਤਾਂ ਦੀਆਂ, ਮਿੱਤਰਾਂ ਦੀਆਂ ਤੂੜੀ ਵਾਂਗ ਨਹੀਂ ਉਡਾਉਂਦਾ ਹੈਗਾ ਦੂਜਿਆਂ ਸਾਹਮਣੇ, ਸਗੋਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ। ਤਾਂ ਕੋਈ ਇਹੋ ਜਿਹਾ ਹੁੰਦਾ, ਇੱਕ ਗੁਨਾਹ ਜੇ ਮਾਂ ਪਿਓ ਦੇਖੇ, ਦਿੰਦੇ ਦੇਸ਼ ਨਿਕਾਲਾ। ਜੇ ਕੋਈ ਮਾਂ ਪਿਓ ਬੰਦੇ 'ਚ ਕਮੀ ਦੇਖ ਲਵੇ, ਕਈ ਵਾਰ ਇੱਦਾਂ ਹੁੰਦਾ ਕਿਸੇ ਧੀ ਜਾਂ ਪੁੱਤ 'ਚ, ਉਹਦੇ ਨਾਲ ਉਹ ਵਿਹਾਰ ਜਿਹਾ ਨਹੀਂ ਰਹਿੰਦਾ ਉਹਨਾਂ ਦਾ। ਕਈ ਵਾਰੀ ਬੇਦਖਲੀ ਦੇ ਨੋਟਿਸ ਆਪਾਂ ਵੇਖਦੇ ਹਾਂ। ਇੱਕ ਗੁਨਾਹ ਜੇ ਮੇਰੇ ਮਾਂ ਪਿਓ ਦੇਖਣ, ਦਿੰਦੇ ਦੇਸ਼ ਨਿਕਾਲਾ, ਕਹਿੰਦੇ ਨੇ ਘਰੋਂ ਚਲਿਆ ਜਾ, ਜਾਂ ਵਰਤਾਵਾ ਜਿਹਾ ਉਹੋ ਜਿਹਾ ਨਹੀਂ ਰਹਿੰਦਾ। ਜੇ ਉਹਨਾਂ ਨੂੰ ਲੱਗਦਾ ਵੀ ਕਮੀ ਹੋ ਗਈ ਧੀ ਪੁੱਤ ਤੋਂ, ਇੱਕ ਗੁਨਾਹ ਪਿਆ ਮੇਰਾ ਮੌਲਾ ਦੇਖੇ, ਪਰਦੇ ਪਾਵਣ ਵਾਲਾ। ਇੱਕ ਗੁਨਾਹ ਜੇ ਮਾਂ ਪਿਓ ਦੇਖਣ, ਦਿੰਦੇ ਦੇਸ਼ ਨਿਕਾਲਾ। ਮਾਂ ਪਿਓ ਵੀ ਕਈ ਵਾਰੀ ਮੋਹ ਤੋੜ ਜਾਂਦੇ ਆ ਬੱਚਿਆਂ ਨਾਲੋਂ, ਉਹ ਗੱਲ ਨਹੀਂ ਰਹਿੰਦੀ ਰਿਸ਼ਤਿਆਂ 'ਚ, ਪਰ ਇੱਕ ਗੁਨਾਹ ਤੇ ਬੰਦੇ ਦੀ ਇੱਕ ਗਲਤੀ ਦੇ ਸਿਰ, ਪਰ ਕਈ ਗੁਨਾਹ, ਲੱਖਾਂ ਗੁਨਾਹ ਮੇਰਾ ਮੌਲਾ ਦੇਖੇ, ਪਰਦੇ ਪਾਵਣ ਵਾਲਾ। ਉਹ ਜਿਹੜਾ ਮੌਲਾ ਹੈ, ਵਾਹਿਗੁਰੂ ਨੂੰ ਕਹਿ ਰਹੇ ਆ, ਉਹਨੇ ਕਿੰਨੇ ਹੀ ਗੁਨਾਹ ਮੇਰੇ ਦੇਖਿਆ ਪਰ ਪਰਦੇ ਪਾਏ। ਸਤਿਗੁਰ ਢਾਕ ਲਿਆ ਮੋਏ ਪਾਪੀ ਪੜਦਾ। ਕਈ ਗੁਨਾਹ ਦੇਖਿਆ ਪਰ ਉਹ ਪੜਦੇ ਹੀ ਪਾਈ ਗਿਆ ਵਾਹਿਗੁਰੂ। ਤਾਂ ਕਹਿਣ ਦਾ ਭਾਵ ਇਹ ਹੈ ਵੀ ਉਹ ਸਭ ਤੋਂ ਨਿਆਰਾ ਹੈ। ਤਾਂ ਹੀ ਰਹਾਉ ਦੀਆਂ ਪੰਕਤੀਆਂ ਤੋਂ ਬਾਅਦ ਆ ਰਹੀਆਂ ਸਾਰੀਆਂ ਗੱਲਾਂ। ਮਾਤ ਪਿਤਾ ਬਨਤਾ ਕਹਿੰਦੇ ਆ ਪਤਨੀ ਨੂੰ, ਘਰ ਵਾਲੀ ਨੂੰ, ਵਾਈਫ ਨੂੰ। ਮਾਤ ਪਿਤਾ ਬਨਤਾ, ਮਾਂ ਪਿਓ ਅਤੇ ਘਰ ਵਾਲੀ। ਸੁੱਤ ਕਹਿੰਦੇ ਆ ਪੁੱਤਰ ਨੂੰ, ਬੰਧਪ ਕਹਿੰਦੇ ਰਿਸ਼ਤੇਦਾਰ ਨੂੰ, ਇਸ਼ਟ ਮੀਤ ਪਿਆਰੇ ਮਿੱਤਰ, ਹਰ ਭਾਈ ਅਤੇ ਭਰਾ। ਇਹ ਰਿਸ਼ਤੇ ਹੋ ਗਏ, ਇਹੀ ਹੁੰਦੇ ਆ ਵੱਡੇ ਰਿਸ਼ਤੇ। ਗੁਰੂ ਅਰਜਨ ਦੇਵ ਜੀ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਤਾਂ ਪੁਰਾਣੇ ਸੰਸਕਾਰਾਂ ਦੇ ਕਰਕੇ ਇੱਥੇ ਮਿਲੇ ਆ। ਕਿਸੇ ਦਾ ਕੁਝ ਲੈਣਾ ਹੈ
ਕਿਸੇ ਤੋਂ ਕੁਝ ਲੈਣਾ ਹੈ, ਕਿਸੇ ਦਾ ਕੁਝ ਦੇਣਾ ਹੈ, ਕਿਸੇ ਦਾ ਦੇਣਾ ਹੀ ਦੇਣਾ, ਕਿਸੇ ਤੋਂ ਲੈਣਾ ਹੀ ਲੈਣਾ। ਇਹ ਪੂਰਵ ਜਨਮ ਕੇ ਮਿਲੇ ਸੰਜੋਗੀ, ਹਿਸਾਬ ਕਿਤਾਬ ਪੂਰਾ ਕਰਨ ਵਾਸਤੇ ਆਏ ਹਾਂ। ਇਹ ਸਾਰੇ ਰਿਸ਼ਤੇ ਅੰਤੇ ਕੋ ਨਾ ਸਹਾਈ, ਪਰ ਇਹ ਸਹਾਈ ਨਹੀਂ ਹੋ ਸਕਦੇ ਉੱਥੇ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਤੇ ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ। ਇਹਦਾ ਅਰਥ ਇਹ ਨਹੀਂ ਕਿ ਆਪਾਂ ਇਹਨਾਂ ਰਿਸ਼ਤਿਆਂ ਦੀ ਕਦਰ ਨਹੀਂ ਕਰਨੀ, ਕਿ ਅੰਤ ਸਮੇਂ 'ਚ ਸਹਾਈ ਨਹੀਂ ਹੋ ਸਕਦੇ ਤਾਂ ਛੱਡ ਜੋ ਇਹਨਾਂ ਨੂੰ, ਇਹ ਨਹੀਂ ਕਰਨਾ। ਇਹਨਾਂ ਵਿੱਚ ਖੁਦਾ ਹੋਣ ਕਰਕੇ, ਵਾਹਿਗੁਰੂ ਦਾ ਵਾਸ ਹੋਣ ਕਰਕੇ, ਤੇ ਗੁਰੂ ਸਾਹਿਬ ਜੀ ਜਿਹੜੇ ਹਨ, ਗੁਰੂ ਮਹਾਰਾਜ, ਉਹ ਇਹ ਕਹਿ ਰਹੇ ਦਰਅਸਲ ਇੱਜ਼ਤ ਇਹਨਾਂ ਦੀ ਬਹੁਤ ਕਰੋ, ਆਦਰ ਸਨਮਾਨ ਦਿਓ, ਪਰ ਇਹ ਨਾ ਕਹੋ ਕਿ ਅੰਤ ਸਮੇਂ ਮੈਨੂੰ ਇਹ ਬਚਾ ਲੈਣਗੇ, ਇਹ ਨਹੀਂ ਹੋ ਸਕਦਾ। ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ। ਇਹ ਤਾਂ ਅੱਗੇ ਰੂਹਾਨੀ ਗੱਲ ਹੋ ਗਈ। ਬੰਦਾ ਜੇ ਥੋੜ੍ਹਾ ਜਿਹਾ ਰੁੱਸ ਜੇ, ਬੰਦਾ ਕਿਸੇ ਦੇ ਮਰਨ 'ਤੇ ਨਹੀਂ ਜਾਂਦਾ ਜਾਂ ਵਿਆਹ 'ਤੇ ਨਹੀਂ ਜਾਂਦਾ। ਮੰਨ ਲਓ ਕੋਈ ਰਿਸ਼ਤੇਦਾਰ ਰੁੱਸ ਗਿਆ, ਕਿਉਂਕਿ ਗੱਲਾਂ ਹੁੰਦੀਆਂ ਸਮਾਜ ਵਿੱਚ, ਉਹ ਆਉਂਦੇ ਨਹੀਂ ਹੈਗੇ, ਸ਼ਮਸ਼ਾਨ ਘਾਟ ਨਾਲ ਜਾਂਦੇ ਨਹੀਂ। ਇਹ ਤਾਂ ਫਿਰ ਬਹੁਤ ਛੋਟੀ ਗੱਲ ਹੋ ਗਈ। ਗੁਰੂ ਸਾਹਿਬ ਜੀ ਤਾਂ ਕਹਿ ਰਹੇ ਆ ਕਿ ਅੰਤੇ ਕੋ ਨਾ ਸਹਾਈ, ਰਿਸ਼ਤੇ ਉੱਥੇ ਨਹੀਂ ਸਹਾਈ ਹੋ ਸਕਦੇ। ਤਾਂ ਇਨਸਾਨ ਤਾਂ ਇੰਨਾ ਜ਼ਿਆਦਾ ਕਈ ਵਾਰੀ ਰੋਸ ਕਰ ਜਾਂਦਾ। ਵਿਆਹ ਦਾ ਕੋਈ ਸ਼ਾਦੀ ਦਾ ਸਮਾਗਮ ਆ, ਤੁਹਾਡੇ ਨਾਲ ਰੁੱਸ ਗਿਆ, ਉਹ ਨਹੀਂ ਆਉਂਦਾ, ਤੁਸੀਂ ਬੁਲਾਉਂਦੇ ਹੋ, ਨਹੀਂ ਆਉਂਦਾ। ਤਾਂ ਇਹ ਸਾਰੀਆਂ ਚੀਜ਼ਾਂ ਰੱਬ ਇਹਨਾਂ ਨਾਲੋਂ ਵੱਖਰਾ, ਸਾਡੇ ਜੋ ਗੁਰੂ ਸਾਹਿਬਾਨ ਨੇ ਉਹ ਇਹਨਾਂ ਨਾਤਿਆਂ ਤੋਂ ਕੁਝ ਵੱਖਰੇ ਆ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਹਨਾਂ ਰਿਸ਼ਤਿਆਂ ਦੀ ਕਦਰ ਕਰਨੀ ਛੱਡ ਦੇਣੀ ਆ ਜੇ ਸਾਡਾ ਗੁਰੂ ਮਹਾਨ ਆ। ਗੁਰੂ ਸਾਹਿਬ ਜੀ ਕੰਪੇਅਰ ਕਰਕੇ ਦਰਅਸਲ ਇਹ ਦੱਸਦੇ ਆ ਕਿ ਇਹ ਸਾਰੀਆਂ ਚੀਜ਼ਾਂ ਤੈਨੂੰ ਤੇਰੇ ਕਰਮਾਂ ਕਰਕੇ ਮਿਲੀਆਂ ਨੇ। ਕਿਸੇ ਦਾ ਤੂੰ ਕੁਝ ਦੇਣਾ ਹੈ, ਕਿਸੇ ਤੋਂ ਕੁਝ ਲੈਣਾ ਹੈ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਇੱਕ ਵਾਰ ਨਹੀਂ, ਤੂੰ ਵੀ ਇੱਕ ਵਾਰ ਹੀ ਇੱਥੇ ਆਇਆ, ਬਹੁਤ ਵਾਰ ਆ ਚੁੱਕਾ। ਕਈ ਵਾਰ ਤੂੰ ਪਿਤਾ ਬਣਿਆ, ਕਈ ਵਾਰ ਪੁੱਤਰ, ਤੇ ਕਈ ਵਾਰ ਧੀ, ਤੇ ਕਈ ਵਾਰ ਪਤਨੀ ਪਤੀ ਆਦਿ। ਹੁਣ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਗਿਣਤੀਆਂ ਨੇ। ਅੱਗੇ ਬਹੁਤ ਸੋਹਣੀਆਂ ਪੰਕਤੀਆਂ ਨੇ। ਮੁਕਤ ਮਾਲ ਕਨਕ ਲਾਲ ਹੀਰਾ, ਮਨੋਰੰਜਨ ਕੀ ਮਾਇਆ। ਇਹ ਸਾਰੀਆਂ ਚੀਜ਼ਾਂ ਉਹ ਜ਼ਮਾਨੇ ਦੇ ਹਿਸਾਬ ਨਾਲ ਕਹੀਆਂ ਉਹਨਾਂ ਨੇ, ਉਦੋਂ ਇਹਨਾਂ ਦੀ ਅਹਿਮੀਅਤ ਬਹੁਤ ਸੀ। ਉਹਨਾਂ ਵੇਲਿਆਂ 'ਚ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਦੇ ਮੁੱਲ ਬਦਲ ਜਾਂਦੇ ਆ। ਸਮਾਂ ਬਦਲ ਗਿਆ, ਆਵਾਜਾਈ ਦੇ ਢੰਗ ਹੋਰ ਹੋ ਗਏ। ਉਹਨਾਂ ਨੇ ਫਿਰ ਉਦੋਂ ਵਾਲੀਆਂ ਗੱਲਾਂ ਕਹੀਆਂ। ਮੁਕਤ ਮਾਲ, ਮੋਤੀਆਂ ਦੀ ਮਾਲਾ, ਕਨਕ ਲਾਲ, ਸੋਨਾ ਤੇ ਹੀਰਾ, ਮਨੋਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ, ਪੈਸੇ। ਕਿਹਾ ਜਾਂਦਾ ਕਿ ਬੰਦੇ ਨੂੰ ਬਹੁਤ ਖੁਸ਼ੀ ਕਦੋਂ ਮਿਲਦੀ ਆ? ਪੈਸਾ ਕਮਾ ਕੇ ਮਿਲਦੀ। ਇਨਸਾਨ ਨੂੰ ਜਿਹੜੀ ਖੁਸ਼ੀ ਆ ਕਦੋਂ ਮਿਲਦੀ ਆ? ਪੈਸਾ ਕਮਾ ਕੇ ਮਿਲਦੀ ਹੈ। ਜਿਹੜੀ ਸੱਚੀ ਗੱਲ ਆ ਇਹ, ਕਿਉਂਕਿ ਉਹਨੂੰ ਪਤਾ ਵੀ ਇਹਦੇ ਨਾਲ ਹੁਣ ਮੈਂ ਸਾਰਾ ਕੁਝ ਕਰ ਸਕਦਾ, ਪੈਸਾ ਤੇ ਮੈਂ ਆਪਦੀਆਂ ਲੋੜਾਂ ਪੂਰੀਆਂ ਕਰ ਸਕਦਾ। ਤਾਂ ਇਹ ਮਨ ਨੂੰ ਖੁਸ਼ ਕਰਨ ਵਾਲੀ, ਮਨੋਰੰਜਨ, ਰੰਜਨ ਮਨ ਨੂੰ ਲੁਭਾਉਣ ਵਾਲੀ, ਖੁਸ਼ ਕਰਨ ਵਾਲੀ ਮਾਇਆ, ਇਹ ਸਾਰੀਆਂ ਚੀਜ਼ਾਂ। ਹਾ ਹਾ ਕਰਤ ਬਿਹਾਨੀ ਅਵਦੇ, ਤਾ ਮੈਂ ਸੰਤੋਖ ਨ ਪਾਇਆ। ਹਸਤ ਰਥ, ਹਾਥੀ ਤੇ ਰਥ। ਹਸਤ ਦੇ ਅਰਥ ਹਾਥੀ, ਹਸਤ ਰਥ। ਅਸਬ ਪਵਨ ਤੇਜ, ਅਸਬ ਦੇ ਅਰਥ ਘੋੜੇ, ਪਵਨ ਦੇ ਅਰਥ ਹਵਾ। ਹਵਾ ਦੇ ਵਾਂਗ ਤੇਜ ਭੱਜਣ ਵਾਲੇ ਘੋੜੇ ਹੋਣ, ਹਾਥੀ ਹੋਵੇ, ਰਥ ਹੋਣ। ਧਣੀ ਭੂਮਣ ਚਤਰੰਗਾ, ਧਰਤੀ ਹੋਵੇ ਬੰਦੇ ਕੋਲ, ਵਧੀਆ ਜ਼ਮੀਨ ਹੋਵੇ, 4 ਤਰ੍ਹਾਂ ਦੀ ਫੌਜ ਹੋਵੇ, ਮੋਤੀਆਂ ਦੀ ਮਾਲਾ ਹੋਵੇ, ਪੈਸੇ ਹੋਣ। ਜੇ ਇਹ ਸਾਰਾ ਕੁਝ ਹੈ ਪਰ ਉਹ ਨਹੀਂ, ਉਹਦਾ ਨਾਮ ਨਹੀਂ,
ਉਹਦਾ ਪਿਆਰ ਨਹੀਂ ਦਿਲ 'ਚ, ਤਾਂ ਹਾ ਹਾ ਕਰਤ ਬਿਹਾਨੀ ਅਵਦੇ, ਹਾਏ ਹਾਏ ਕਰਦਿਆਂ ਜ਼ਿੰਦਗੀ ਲੰਘਦੀ ਆ, ਤਾਂ ਮੈਂ ਸੰਤੋਖ ਨਾ ਪਾਇਆ। ਬੰਦੇ ਨੂੰ ਸੰਤੋਖ ਨਹੀਂ ਆ ਸਕਦਾ। ਸਭ ਕੁਝ ਹੈ, ਇੰਨਾ ਕੁਝ ਉਹਨਾਂ ਨੇ ਗਿਣਤਾ, ਇੰਨਾ ਤਾਂ ਬੰਦੇ ਕੋਲ ਹੁੰਦਾ ਨਹੀਂ ਵੈਸੇ। ਇਹ ਤਾਂ ਰਾਜੇ ਦੀ ਕਿਸੇ ਦੀ ਗੱਲ ਕਰਤੀ। ਮੋਤੀਆਂ ਦੀ ਮਾਲਾ ਹੋਵੇ, ਸੋਨਾ ਹੋਵੇ, ਲਾਲ ਹੋਵੇ, ਹੀਰਾ ਹੋਵੇ, ਪੈਸੇ ਹੋਣ, ਹਾਥੀ ਹੋਵੇ, ਰੱਥ ਹੋਵੇ, ਘੋੜੇ ਹੋਣ ਅਤੇ ਚੰਗੀ ਨਸਲ ਦੇ ਘੋੜੇ, ਫੌਜ ਹੋਵੇ, ਇਹ ਸਾਰਾ ਕੁਝ ਹੋਵੇ ਵੀ ਤੂੰ ਰਾਜਾ ਹੀ ਹੋਵੇਂ ਸਿੱਖਾ। ਪਰ ਜੇ ਤੂੰ ਰਾਜਾ ਵਾਂ ਅਤੇ ਜੋਗੀ ਨਹੀਂ ਬਣ ਪਾਇਆ, ਜੋਗੀ ਦੇ ਅਰਥ ਕੰਨ 'ਚ ਮੁੰਦਰਾਂ ਪਾ ਕੇ, ਸੋਟਾ ਲੈ ਕੇ, ਉਹ ਜੋਗੀ ਨਹੀਂ। ਮਨ ਨੂੰ ਸਾਧਣ ਵਾਲਾ ਜੋਗ ਜੇ ਤੂੰ ਇਹ ਨਾ ਕਮਾਇਆ, ਇਹਨੂੰ ਕਹਿੰਦੇ ਗੱਲੀ ਜੋਗ ਨਾ ਹੋਈ, ਤਾਂ ਫਿਰ ਤੂੰ ਇਹ ਤੇਰੀ ਜ਼ਿੰਦਗੀ ਹਾ ਹਾ ਕਰਤ, ਹਾਏ ਹਾਏ ਕਰਦਿਆਂ ਲੰਘੂਗੀ। ਸੰਤੋਖ ਤੈਨੂੰ ਕੋਈ ਨਹੀਂ ਹੋਣਾ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਠ ਸਧਾਇਓ ਨਾਂਗਾ। ਦੁਨੀਆ ਦੇ ਲੋਕ ਆਉਂਦੇ ਆ, ਇਹ ਕੁਝ ਕਮਾਉਂਦੇ ਆ, ਨਾਮ ਨਹੀਂ ਕਮਾਉਂਦੇ ਅਤੇ ਫਿਰ ਉਹ ਨੰਗੇ ਪੈਰੀ ਜਾਂਦੇ ਆ। ਨੰਗੇ ਹੀ ਆਉਂਦੇ ਆ, ਨੰਗੇ ਹੀ ਜਾਂਦੇ ਆ, ਖਾਲੀ ਹੱਥ ਆਉਂਦੇ ਆ, ਖਾਲੀ ਹੱਥ ਜਾਂਦੇ ਆ। ਭਗਤ ਜੁੱਤੀਆਂ ਗੰਢ ਕੇ, ਕੱਪੜੇ ਛਿੰਬ ਕੇ, ਭਗਤ ਹਲ ਵਾਹ ਕੇ ਅਤੇ ਬਿਲਕੁਲ ਸਿੱਧਾ ਸਾਦਾ ਸਰਲ ਖਾਲੀ ਹੱਥ ਨਹੀਂ ਜਾਂਦਾ। ਨਾਮ ਦਾ ਕਿਣਕਾ ਲੈ ਕੇ ਜਾਂਦਾ, ਬੰਦਗੀ ਲੈ ਕੇ ਜਾਂਦਾ। ਇਹੋ ਜਿਹਾ ਉਹਦਾ ਜੀਵਨ ਹੁੰਦਾ। ਅਖੀਰਲੀਆਂ ਪੰਕਤੀਆਂ ਵਿੱਚ ਉਹ ਕਹਿ ਰਹੇ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ। ਰੱਬ ਦੇ ਪਿਆਰੇ ਪ੍ਰੀਤਮ ਨੂੰ ਵੀ ਪਿਆਰੇ ਹੁੰਦੇ ਆ। ਸੰਤ ਜਿਹੜੇ ਹੁੰਦੇ ਆ ਉਹ ਰੱਬ ਨੂੰ ਬਹੁਤ ਚੰਗੇ ਲੱਗਦੇ ਆ। ਇਨਸਾਨ ਬਣਾ ਕੇ ਵਾਹਿਗੁਰੂ ਦੁਨੀਆ 'ਤੇ ਭੇਜਦਾ ਰਹਿੰਦਾ, ਕਿਉਂਕਿ ਉਹਨੇ ਇਹ ਸਿਲਸਿਲਾ ਰੋਕਿਆ ਨਹੀਂ ਮਨੁੱਖ ਦਾ। ਕਿਉਂਕਿ ਸਾਰਿਆਂ ਦਾ ਇਹ ਸਰਦਾਰ ਆ। ਪਹਿਲੀ ਗੱਲ ਇਹ ਆ, ਅਸੀਂ ਸਾਰੀ ਜੂਨੀ ਦੇ ਸਰਦਾਰ ਹਾਂ। ਉਸ ਤੋਂ ਬਾਅਦ ਜੇ ਦੇਖਿਆ ਜਾਏ ਤਾਂ ਰੱਬ ਨਿਰਾਸ਼ ਨਹੀਂ ਹੋਇਆ। ਰੱਬ ਨੂੰ ਵੀ ਹੈ ਵੀ ਇਹ ਕੁਝ ਨਾ ਕੁਝ ਖੱਟਣਗੇ, ਕਮਾਉਣਗੇ, ਤਾਂ ਉਹ ਭੇਜੀ ਜਾਂਦਾ ਇਨਸਾਨ ਨੂੰ। ਤਾਂ ਰੱਬ ਦੇ ਜਿਹੜੇ ਪਿਆਰੇ ਨੇ ਉਹ ਪ੍ਰੀਤਮ ਨੂੰ ਵੀ ਪਿਆਰੇ ਹੀ ਹੁੰਦੇ ਆ। ਉਹ ਰੱਬ ਦੇ ਪਿਆਰੇ ਸੰਤ ਜਿਹੜੇ ਜਨ ਨੇ, ਭਗਤ ਨੇ, ਗੁਰਮੁਖ ਨੇ, ਗੁਰਸਿੱਖ ਨੇ, ਖਾਲਸਾ ਫੌਜ ਆ, ਸਾਡੇ ਸਿੰਘ ਸਰਦਾਰ ਨੇ, ਸਾਡੇ ਸੂਰਵੀਰ ਯੋਧੇ ਨੇ, ਉਹ ਚੰਗੇ ਲੱਗਦੇ ਆ ਰੱਬ ਨੂੰ ਵੀ, ਕਿਉਂਕਿ ਉਹ ਖੱਟ ਕੇ ਜਾਂਦੇ ਆ ਕੁਝ। ਤਾਕੈ ਹਰ ਹਰ ਗਾਈਏ, ਉਹਨਾਂ ਦੇ ਸੰਗ ਹੋ ਕੇ ਗੁਣ ਗਾਉਣੇ ਚਾਹੀਦੇ ਆ ਰੱਬ ਦੇ, ਜਿਹੜੇ ਇਹੋ ਜਿਹੇ ਭਗਤ ਜਨ ਆ। ਨਾਨਕ ਈਹਾਂ ਸੁੱਖ, ਇੱਥੇ ਵੀ ਫਿਰ ਬੰਦੇ ਨੂੰ ਸ਼ਾਂਤੀ ਹੁੰਦੀ ਆ। ਆਗੈ ਮੁਖ ਉਜਲ, ਆਗੈ ਬਸਨ ਸਹੇਲਾ, ਅੱਗੇ ਸਹੇਲਾ ਬਸਣ ਹੁੰਦਾ। ਮੁਖ ਉਜਲ ਸੰਗ ਸੰਤਨ ਕਹਿ ਪਾਈਐ, ਛੁੱਟੀ ਹੋ ਜਾਂਦੀ ਆ ਸਦਾ ਵਾਸਤੇ, ਹੌਲੀਡੇ। ਕਿਹਦੇ ਵੱਲੋਂ? ਜਨਮ ਮਰਨ ਦੇ ਵੱਲੋਂ ਛੁੱਟੀਆਂ ਹੋ ਗਈਆਂ, ਬਸ ਹੁਣ ਨਹੀਂ ਇਹ ਹੋਣਾ ਸਿਲਸਿਲਾ, ਪੱਕੀ ਉੱਥੇ ਛੁੱਟੀ ਮਿਲ ਜਾਂਦੀ ਹੈ। ਤਾਂ ਇਹਨਾਂ ਦੇ ਸੰਗ ਹੋਣਾ ਪਵੇਗਾ। ਉਹ ਇਹ ਕਹਿ ਰਹੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸਾਨੂੰ। ਇੱਕ ਬਹੁਤ ਸੋਹਣੀ ਸਾਖੀ ਭਗਤ ਫਰੀਦ ਜੀ ਦੀ ਸਰਵਣ ਕਰੋ ਆਪ ਜੀ। ਬਾਬਾ ਫਰੀਦ ਜੀ ਦੇ ਨਾਮ ਦੇ ਨਾਲ ਬਹੁਤ ਅੱਖਰ ਜੁੜੇ ਹੋਏ ਆ, ਕਾਫੀ ਨਾਮ ਆ ਉਹਨਾਂ ਦੇ, ਪਰ ਉਹਨਾਂ ਨੂੰ ਜ਼ਿਆਦਾ ਕਿਹਾ ਜਾਂਦਾ ਗੰਜ ਏ ਸ਼ੱਕਰ। ਗੰਜ ਕਹਿੰਦੇ ਆ ਬੋਰੀ ਨੂੰ, ਗੰਜ ਏ ਸ਼ੱਕਰ। ਬਾਬਾ ਫਰੀਦ ਜੀ ਦਾ ਜਿਹੜਾ ਬੋਲ ਆ, ਬਚਨ ਆ ਉਹਨਾਂ ਦੇ, ਉਹ ਸ਼ੱਕਰ ਦੀ ਬੋਰੀ ਵਰਗੇ ਆ। ਉਹਨਾਂ ਨੂੰ ਇਹ ਕਿਹਾ ਜਾਂਦਾ ਸ਼ੇਖ ਫਰੀਦ ਗੰਜ ਏ ਸ਼ੱਕਰ। ਇਹਨਾਂ ਦਾ ਇੱਕ ਇੱਕ ਬੋਲ ਸ਼ੱਕਰ ਦੀ ਬੋਰੀ ਵਰਗਾ, ਇੰਨੀ ਮਿਠਾਸ ਆ ਬਾਣੀ ਵਿੱਚ। ਉਹ ਕਹਿੰਦੇ ਨਹੀਂ, ਇਹ ਤਾਂ ਸਾਨੂੰ ਗੱਲ ਮਿਲੀ ਨਹੀਂ ਕੋਈ ਕਹਿਣ ਨੂੰ, ਤਾਂ ਅਸੀਂ ਲਾਤਾ। ਇੱਦੋਂ ਵੀ ਇਹ ਗਾਂਹ ਦੀਆਂ ਗੱਲਾਂ ਨੇ। ਅਸਲ ਦੇ ਵਿੱਚ ਤੁਸੀਂ ਸ਼ੱਕਰ ਦੀ ਬੋਰੀ ਲਿਆਓਗੇ ਘਰੇ, ਵਰਤੋਂਗੇ, ਖਤਮ ਹੋ ਜੂਗੀ, ਕਦੇ ਤਾਂ ਮੁੱਕੂਗੀ। ਚੱਲ ਕਈ 6 ਮਹੀਨਿਆਂ 'ਚ, ਕਈ ਸਾਲ 'ਚ, ਜੇ ਪਰਿਵਾਰ ਵੱਡਾ ਤਾਂ 2-3 ਮਹੀਨਿਆਂ 'ਚ ਵੀ ਹੋ ਸਕਦੀ ਹੈ। ਇਹ ਜੁਆਇੰਟ ਫੈਮਿਲੀ ਆ। ਬਾਬਾ ਫਰੀਦ ਜੀ ਇੱਦੋਂ ਵੀ ਗਾਂਹ ਨੇ, ਪਰ ਉਹ ਤਾਂ ਉਹਨਾਂ ਨੂੰ ਮਿਲਿਆ ਨਹੀਂ ਕਹਿਣ ਨੂੰ, ਤਾਂ ਇਹ ਲਕਬ ਜੁੜ ਗਿਆ। ਸ਼ੱਕਰ ਦੀ ਬੋਰੀ ਦੀ ਮਿਠਾਸ ਤਾਂ ਖਤਮ ਹੋ ਜਾਂਦੀ ਆ। ਬਾਬਾ ਫਰੀਦ ਜੀ ਦੇ ਸਲੋਕ ਕਦੋਂ ਦੇ ਆ? ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਹੋਏ ਆ। ਬਾਬਾ ਫਰੀਦ ਜੀ, ਸਾਰੇ ਇਹ ਭਗਤ ਕਬੀਰ ਸਾਹਿਬ ਜੀ, ਇਹ ਜਿਹੜਾ ਜੀਵਨ ਆ, ਕਈ ਭਗਤ ਸਮਕਾਲੀ ਨਹੀਂ ਹੈਗੇ, ਪਹਿਲਾਂ ਇਹਨਾਂ ਦਾ ਆਉਣਾ ਹੋਇਆ। ਅਤੇ ਇਹਨਾਂ ਦਾ ਜਿਹੜਾ ਹੁਣ ਜੀਵਨ ਆ,
ਉਹਨੂੰ ਜਦੋਂ ਤੁਸੀਂ ਜਾਂਚੋਗੇ ਤਾਂ ਇਹ ਸਾਖੀ ਵਿੱਚੋਂ ਤੁਹਾਨੂੰ ਪਤਾ ਲੱਗੂ ਵੀ ਉਹ ਕਿਵੇਂ ਸਮਝਾਉਂਦੇ ਆ ਪਿਆਰ ਦੇ ਨਾਲ, ਪਰ ਬੰਦਾ ਸਮਝਦਾ ਨਹੀਂ। ਮੁਲਤਾਨ ਦੇ ਵਿੱਚ ਆਪ ਜੀ ਰਹਿੰਦੇ ਸੀ, ਬੋਲੀ ਬਹੁਤ ਮਿੱਠੀ ਸੀ। ਉਸ ਤੋਂ ਬਾਅਦ ਉੱਥੇ ਹੀ ਇੱਕ ਨਾ ਵੇਸ਼ਵਾ ਰਹਿੰਦੀ ਸੀ, ਔਰਤ ਸੀ ਕੋਈ, ਜਿਵੇਂ ਆਪਾਂ ਕਹਿੰਦੇ ਇਖਲਾਕ ਤੋਂ ਡਿੱਗੀ ਹੋਈ, ਚਰਿੱਤਰਹੀਣ ਔਰਤ ਕਹਿ ਦਿੰਦੇ ਹਾਂ। ਪਰ ਅਸਲ ਦੇ ਵਿੱਚ ਕੋਈ ਇਸਤਰੀ ਉਦੋਂ ਤੱਕ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਪੁਰਸ਼ ਨਾ ਹੋਵੇ। ਤਾਂ ਪੁਰਸ਼ ਵੀ ਇਸਤਰੀ ਦੋਨੋਂ ਹੀ ਹੁੰਦੇ ਆ, ਤਾਂ ਹੀ ਕੋਈ ਗਲਤ ਹੋ ਸਕਦਾ। ਆਪਾਂ ਇੱਕ ਧਿਰ ਨੂੰ ਨਹੀਂ ਕਹਿ ਸਕਦੇ, ਦੋਨੋਂ ਹੀ ਹੁੰਦੀਆਂ। ਤਾਂ ਉਹਦਾ ਇੱਦਾਂ ਦਾ ਸੁਭਾਅ ਸੀ ਥੋੜ੍ਹਾ ਜਿਹਾ, ਅਤੇ ਉਹਨੇ ਸੁਰਮਾ ਜਿਹੜਾ ਇੱਕ ਦਿਨ ਗੋਲੀਆਂ ਰੱਖੀਆਂ ਸੀ, ਪੈਸੇ ਹੀ ਬਹੁਤ ਸੀ ਉਹਦੇ ਕੋਲ। ਗੋਲੀ ਜਿਹੜੀ ਸੀ ਉਹਦੀ ਦਾਸੀ ਨੌਕਰਾਣੀ, ਉਹਨੇ ਸੁਰਮਾ ਰਗੜਿਆ। ਭਗਤ ਫਰੀਦ ਜੀ ਦਾ ਹੀ ਇਹ ਬਚਨ, ਜਿਨ ਲੋਇਨ ਜਗ ਮੋਹਿਆ ਸੋਏ ਲੋਇਨ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਠ। ਕੱਜਲ ਉਹਨੇ ਰਿੜਕਿਆ, ਅਤੇ ਪੁਰਾਣਾ ਜ਼ਮਾਨਾ ਉਹ ਜਿਹੜਾ ਰਿੜਕ ਕੇ ਪਾਉਂਦੇ ਹੁੰਦੇ ਸੀ, ਉਹ ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ, ਸੁਰਮਾ। ਅਤੇ ਉਹ ਬਰੀਕ ਨਹੀਂ ਪੀਸਿਆ ਗਿਆ। ਹੁਣ ਬੰਦੇ ਤੋਂ ਗਲਤੀਆਂ ਹੋ ਹੀ ਜਾਂਦੀਆਂ, ਕੰਮ ਕਰਦਾ ਜਿਹੜਾ ਕੰਮ ਕਰੂ ਉਹ ਤੋਂ ਹੋਊਗੀ ਗਲਤੀ। ਉਹ ਨਹੀਂ ਕਰਦਾ ਜਿਹਨੇ ਕੁਝ ਨਹੀਂ ਕਰਨਾ ਕਦੇ। ਜੇ ਆਪਾਂ ਕੁਝ ਕਰਨ ਲੱਗੇ ਹਾਂ ਗਲਤੀ ਹੋਊਗੀ। ਇੱਕ ਰੱਬ ਅਤੇ ਇੱਕ ਗੁਰੂ ਗਲਤੀ ਨਹੀਂ ਕਰਦੇ। ਬਾਕੀ ਆਪਾਂ ਸਾਰੇ, ਤੁਸੀਂ, ਮੈਂ, ਅਸੀਂ, ਵੱਡੇ ਫਿਲੋਸਫਰ ਕੋਈ ਵੀ ਆ, ਸਾਰੇ ਭੁੱਲਣਹਾਰ। ਉਹਨੇ ਜਿਹੜੀ ਗੋਲੀ ਸੀ ਉਹਨੇ ਅੱਖ 'ਚ ਪਾਇਆ ਅਤੇ ਉਹਨੂੰ ਰੜਕਿਆ ਅਤੇ ਦਰਦ ਹੋਇਆ ਅੱਖਾਂ 'ਚ, ਅਤੇ ਉਹਨੇ ਬਹੁਤ ਵੱਟ ਕੇ ਖਿੱਚ ਕੇ ਆਪਦੀ ਨੌਕਰਾਣੀ ਦੇ ਚਪੇੜ ਮਾਰੀ। ਗੁੱਸੇ 'ਚ ਆ ਗਈ ਕਿ ਤੈਨੂੰ ਕੰਮ ਨਹੀਂ ਕਰਨਾ ਆਉਂਦਾ। ਕਾਫੀ ਉਹਨੇ ਉਹਨੂੰ ਮਾਰਿਆ ਕਿ ਇਹਨੇ ਮੇਰੀਆਂ ਅੱਖਾਂ 'ਚ ਰੜਕ ਪਾਈ ਆ। ਉਹ ਨੌਕਰਾਣੀ ਰੋਂਦੀ ਰੋਂਦੀ ਘਰ ਨੂੰ ਜਾ ਰਹੀ ਆ, ਅਤੇ ਰਸਤੇ 'ਚ ਬਾਬਾ ਫਰੀਦ ਜੀ ਉੱਥੇ ਮਿਲਦੇ ਆ। ਜਿਹੜੇ ਭਗਤ ਹੁੰਦੇ ਆ ਰੋਣਾ ਨਹੀਂ ਕਿਸੇ ਦਾ ਦੇਖ ਸਕਦੇ, ਆਪ ਹੀ ਜਿੰਨਾ ਮਰਜ਼ੀ ਰੋ ਲੈਣ, ਪਰ ਕਿਸੇ ਦਾ ਰੋਣਾ ਇਹਨਾਂ ਨੂੰ ਭਾਉਂਦਾ ਨਹੀਂ। ਕਹਿਣ ਲੱਗੇ, ਧੀਏ ਤੈਨੂੰ ਕੀ ਹੋ ਗਿਆ, ਤੂੰ ਰੋ ਰਹੀ ਆਂ। ਸਾਰੀ ਕਹਾਣੀ ਦੱਸਦੀ ਜਿਵੇਂ ਹੋਈ ਸੀ। ਮੈਂ ਉਹ ਵੇਸ਼ਵਾ ਦੇ ਘਰੇ ਨੌਕਰਾਣੀ ਆ, ਅਤੇ ਉਹਨੂੰ ਮੈਂ ਕੱਜਲ ਪੀਸ ਕੇ ਦਿੱਤਾ, ਅਤੇ ਉਹ ਬਰੀਕ ਨਾ ਪੀਸਿਆ ਗਿਆ। ਅੱਖਾਂ 'ਚ ਉਹਨੇ ਪਾਇਆ ਅਤੇ ਰੜਕ ਹੋਈ। ਮੇਰੇ ਖਿੱਚ ਕੇ ਉਹਨੇ ਇੱਕ ਚਪੇੜਾਂ ਮਾਰੀਆਂ ਕਾਫੀ ਸਾਰੀਆਂ, ਅਤੇ ਮੈਂ ਤਾਂ ਰੋ ਰਹੀ ਹਾਂ। ਉਹ ਕਹਿੰਦੇ ਤੂੰ ਰੋ ਨਾ, ਉਹਨੂੰ ਚੁੱਪ ਕਰਾਇਆ। ਇੱਕ ਪਿਤਾ ਅਤੇ ਧੀ ਦਾ ਰਿਸ਼ਤਾ, ਇੱਦਾਂ ਉਹਨਾਂ ਨੇ ਬਾਬਾ ਫਰੀਦ ਜੀ ਦੀ। ਸਮਾਂ ਬੀਤਿਆ, ਸਮਾਂ ਲੰਘ ਜਾਂਦਾ, ਹੁਣ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਅਤੇ ਮਰਦਾਨਿਆਂ ਸਰੀਰਾਂ ਦਾ ਤਾਂ ਸਾਡਾ ਸਾਥ ਨਹੀਂ ਹੁੰਦਾ। ਇਹ ਬੋਡੇ ਹੋ ਜਾਂਦੇ ਆ, ਪੁਰਾਣੇ ਹੋ ਜਾਂਦੇ ਆ, ਇਹਨਾਂ 'ਚ ਛੇਕ ਹੋ ਜਾਂਦੇ ਆ, ਰੰਗ ਬਦਲ ਜਾਂਦੇ ਆ, ਚਮੜੀ ਦਾ ਵੀ ਰੰਗ ਢੈਲਾ ਪੈ ਜਾਂਦਾ। ਸਮਾਂ ਬਦਲਿਆ। ਬਾਬਾ ਫਰੀਦ ਜੀ ਆਪਣੇ ਚੇਲਿਆਂ ਨਾਲ ਜਾ ਰਹੇ ਸੀਗੇ, ਅਤੇ ਉੱਥੇ ਕਬਰਿਸਤਾਨ ਦੇ ਕੋਲੋਂ ਲੰਘੇ ਜਾ ਰਹੇ ਆ। ਇੱਕ ਖੋਪੜੀ ਦੇਖੀ ਉਹਨਾਂ ਨੇ, ਉੱਥੇ ਖੋਪੜੀ ਸੀ ਅਤੇ ਮਾਸ ਉੱਪਰੋਂ ਉੱਡ ਚੁੱਕਾ ਸੀ, ਸਮਾਂ ਹੋ ਗਿਆ ਸੀ ਕਾਫੀ। ਅਤੇ ਅੱਖਾਂ ਦੇ ਵਿੱਚ ਕੀੜਿਆਂ ਨੇ ਘਰ ਬਣਾਏ ਹੋਏ ਸੀਗੇ। ਉਹ ਕੀੜੇ ਅੰਦਰ ਜਾਣ, ਅੱਖਾਂ ਦੇ ਬਾਹਰ ਨਿਕਲੇ ਆਉਣ, ਅੰਦਰ ਜਾਣ, ਬਾਹਰ ਨਿਕਲੇ ਆਉਣ। ਕੀੜਿਆਂ ਦਾ ਸੁਭਾਅ ਕੀ ਹੁੰਦਾ, ਜਿਵੇਂ ਖੁੱਡ ਹੁੰਦੀ ਹੈ, ਚਲੇ ਗਏ ਬਾਹਰ ਆ ਗਏ, ਇੱਦਾਂ ਸੀ, ਕਰਮ ਸੀਗੇ। ਬਾਬਾ ਫਰੀਦ ਜੀ ਨੂੰ ਫਿਰ ਉਹ ਚੇਲੇ ਪੁੱਛਦੇ ਆ ਕਿ ਇਹ ਕੀ ਹੋ ਗਿਆ, ਵੀ ਇਹ ਖੋਪੜੀ ਕਿਹਦੀ ਆ, ਕੌਣ ਆ ਇਹ? ਉਦੋਂ ਉਹਨਾਂ ਨੇ ਉੱਥੇ ਅੱਖਾਂ ਮੀਚੀਆਂ। ਬਹੁਤ ਸੋਹਣੀ ਸਾਖੀ ਆ ਇਹ। ਉਹਨਾਂ ਨੇ ਅੱਖਾਂ ਮੀਚੀਆਂ ਅਤੇ ਫਿਰ ਖੋਲ੍ਹੀਆਂ ਵੀ ਪਿਆਰ ਨਾਲ। ਕਹਿਣ ਲੱਗੇ ਉਹੀ ਆ ਇਹ ਮੁਲਤਾਨ ਵਿੱਚ ਰਹਿਣ ਵਾਲੀ ਉਹੀ ਔਰਤ ਆ ਜਿਹਦੀਆਂ ਜਿਹੜੀਆਂ ਅੱਖਾਂ ਸੀ, ਕੱਜਲ ਦੀ ਰੇਖ ਜਿਹੜੀ ਆ, ਆਪਾਂ ਰੜਕਾ ਸਹਾਰ ਨਹੀਂ ਸਕੀਆਂ ਸੁਰਮੇ ਦੀ, ਅੱਜ ਉਹੀ ਅੱਖਾਂ ਵਿੱਚ ਕੀੜਿਆਂ ਨੇ ਘਰ ਬਣਾਏ ਹੋਏ ਆ। ਇਹੀ ਅੱਖਾਂ ਜਿਨ੍ਹਾਂ 'ਤੇ ਕਦੇ ਦੁਨੀਆ ਮੋਹਤ ਸੀਗੀ। ਸਾਰਾ ਮੁਲਤਾਨ ਸ਼ਹਿਰ ਕਹਿੰਦਾ ਸੀ ਆਓ ਉਹਨਾਂ ਨੂੰ ਦੇਖਣ ਚੱਲੀਏ। ਅੱਜ ਇਹਨਾਂ ਵਿੱਚ ਕੀੜਿਆਂ ਨੇ ਘਰ ਬਣਾ ਲਏ। ਕੀ ਇਹ ਦੁਨੀਆ ਨਾਸਵੰਤ ਨਹੀਂ ਹੈ? ਜੇ ਉਦੋਂ ਉਹਨੂੰ ਪਤਾ ਹੁੰਦਾ ਇਹ ਚੀਜ਼ਾਂ ਦਾ, ਤਾਂ ਕਦੇ ਉਹ ਗੋਲੀ ਨੂੰ ਨਾ ਮਾਰਦੀ, ਕਦੇ ਨਾ ਉਹਦਾ ਦਿਲ ਦੁਖਾਉਂਦੀ। ਜੇ ਉਹਨੂੰ ਪਤਾ ਸੀ, ਫਿਰ ਉਹਨਾਂ ਨੂੰ ਕਹਿਣਾ ਪਿਆ, ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਠ। ਇਹ ਸਲੋਕਾਂ ਵਿੱਚ ਆ ਉਹਨਾਂ ਦੀ। ਕਹਿਣ ਲੱਗੇ, ਦੇਖੋ ਦੁਨੀਆ ਦੇ ਲੋਕੋ, ਜਿਹੜੀਆਂ ਅੱਖਾਂ ਸੁਰਮੇ ਦੀ ਰੜਕ ਨਹੀਂ ਸਹਾਰ ਸਕੀਆਂ, ਅੱਜ ਕਿਵੇਂ ਉਹਦੇ ਵਿੱਚ ਕੀੜਿਆਂ ਨੇ ਘਰ ਬਣਾ ਲਏ।
किड्डी वड्डी गल कहंदे हो गई। इंसान 'च हंकार किन्ना, कदे तो सुरमे की रड़क नहीं सहार सकता ते अज कीड़ियां ने घर बना ले, आलणे भला दी पा लेन चिड़ियां आके विच दी आलणे पा लेन भला दी, ये हाल हो गया। चेले कहन लगे बाबा फरीद जी वाकई ही इंसान नूं आपदा सच नहीं दींदा कि मेरा ये वजूद आ, छेती ही मैं एक दिन वो कहानी होगी बेसुध जिहा हो के पिया होऊंगा जमीन ते फिर वो कहना पवेगा धर्म राय ने जदों जमदूत घल्ले भुल गया मैं ये चीज़ां सारियां, तुरदी चिट्ठी फड़ाउणगे आण बंदे, वो खाली पिंजरा खड़कदा रह जाना, ला जाऊगा भौर उड़ान बंदे, तेरी सांझ परिवार नालों मुक जानी, विच रहे ना जदों प्राण बंदे सारे तकणगे तैनूं, पर तूं तकना नहीं पिया होएगा लम्मियां ताण बंदे, भुल गया तूं बंदे, भाईचारे ने करवा देना जांदी वार दा इशनान बंदे, तेरी अर्थी नूं अपने ला मोढे तैनूं वल शमशान लै जाण बंदे, तेरे नाल सी जिन्हां दा रोस भावें जत्थरू केरदे जाण बंदे, नहीं रबाबीआ परत के फेर आउणा छड्ड जाएगा जग जहान बंदे, तू भुल गया है। बाबा फरीद जी कहते बंदा भुल जाता, क्यों भुलदा? हौमे करके भुलदा, आपदी मैं करके भुलदा। जदों तूं नूं याद रख लिया वाहिगुरू नूं ते बंदा भुल नहीं सकता। तो ये सारियां चीज़ां गुरु अर्जन देव जी ने कहियां। हा हा करत बिहानी अवदे, बिहानी उम्र नूं कहंदे आ, अवदे बिहानी कहंदे बीत जाना, अवदे तो भाव उम्र, इवें तेरी उम्र लंघदी जा रही आ, संतोख ना पाया, पर तूं वो संतोख ना पा सकिया जिहड़ा तेरे गुरु दे कोल सी सिखा। क्यों नहीं पा सकिया? तूं हौमे विच रखी आ, हौमे वाला परदा ना टुट सकिया। गुरु तेरे कोल सी बिल्कुल, पर तूं बिल्कुल भी उहदे वल अख पूरे प्रेम दी अखां नाल नज़रां नाल नहीं तक सकिया, उहदे गुरु दे दर्शन नहीं कर सकिया। रोजाना जिहड़ी साखी आपां सुणने वो आप जी हुण सरवण करो। दुनिया नूं तारदे होए बाबा नानक जी समेर पर्वत ते जांदे आ, उत्थे सिद्ध पुछदे आ मात लोक दा की हाल आ। ये सवाल पुछिया सी, कहंदे सी गुरु तो बिना तो सारे डुब गए आ। इत्थों तक तुसीं सुणी आ साखी, गुरु तो बिना बाबे आखिया सिद्ध जी नाथ जी सारे डुबे फिरदे आ, कहंदे खोल के दसो की हाल, सही दसो भी सानू इदां पता नहीं लगदा। फिर उन्होंने उत्थे फिर आख्या, कहंदे कल आई कुत्ते मूही खाज होया मुरदार गुसाई, राजे पाप कमाम दे उल्टी वाड़ खेत को खाई। राजे पाप कमाम दे, इत्थे हुण दुनिया का ये शब्द विच सच आ सारा। ये भाई गुरदास जी की वार आ ते ओहदी एक पौड़ी आ। तुसीं देखोगे उदों बाबे ने कहा बिल्कुल अज ये हो रहा है, तो ये दूर किवें होऊगा, उहदा भी इलाज उन्होंने दस्सिया। पहलां उन्होंने आख्या कहंदे कल दा युग आ ते सारियां दी जिहड़ी आपां कह सकते हैं अंदर आ, वो हल्के होए कूकर वांग कल आई कुत्ते मूही। कलयुग की सृष्टि विच दुनिया के लोग हल्के होए कूकर ते कुत्ते वांग हो गया। इहो जिहे शब्द उत्थे बाबे ने वरते आ, गुरु नानक साहिब जी ने लोकां वास्ते कि उन्हां दा हाल की आ। खाज होया मुरदार गुसाई, हल्किया होया कुत्ता की खाना चाहुंदा, मास, उन्होंने मास लग जाता मूँह, फिर वो वड्ढना चाहुंदा सब नूं। दुनिया के लोग रिश्ते नातिਆਂ ਵਿੱਚ एक दूजे नूं ਕੱਟਣਾ ਚਾਹੁੰਦੇ ਆ, एक दूजे नूं ਵੱਢਣਾ ਚਾਹੁੰਦੇ ਆ। ਜਿਵੇਂ कि एक छोटी जी बच्ची सी ते विचों ਇਹ ਗੱਲ आ गई एक याद, ਉਹਦੇ पिता जी रस्ते ਵਿੱਚ जा रहे सी ते एक हल्के होए कुत्ते ने ते ਉਹਨਾਂ ਨੂੰ ਕੱਟ ਲਿਆ किते। वो छोटी सी, वो घर आए तो खून निकल रहा सी ते वो कहन लगी पिता जी की हो गया? वो कहन लगे मैनू कुत्ते ने कट लिया। वो खिज के कहन लगी पापा जी तुसीं भी उहनूं कट दे ना, फिर तुसीं भी उहदे दंदी वड्ढ दे। वो कहन लगे पुत्री भी मैं कुत्ता नहीं ना हैगा, वो कुत्ता सी उहने कट लिया पर मैं कुत्ता नहीं। इदां ही बाबे ने इत्थे गल आखी, विच गल आ गई तां ये कहना पिया राजे पाप कमाम दे उल्टी वाड़ खेत को खाई। वाकई सच्ची गल बाबे आखी, जेड़े तां राजे आ
ਜਿਨ੍ਹਾਂ ਨੇ ਤਾਂ ਬਚਾਉਣਾ ਸੀ ਸਾਨੂੰ, ਉਹੀ ਪਾਪ ਕਮਾਈ ਜਾਂਦੇ। ਉਲਟੀ ਵਾੜ ਖੇਤ ਕੋ ਖਾਈ, ਵਾੜ ਦੀ ਰਾਖੀ ਕਰਨੀ ਹੁੰਦੀ ਆ ਅਤੇ ਵਾੜ ਹੀ ਰਾਖੀ ਕਰਦੀ ਆ ਖੇਤ ਦੀ, ਪਰ ਜਦੋਂ ਖੇਤ ਹੀ ਵਾੜ ਨੂੰ ਖਾਣ ਲੱਗ ਜੇ ਫਿਰ ਉਹਨੂੰ ਬਚਾਵੇਗਾ ਕੌਣ? ਵਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹਦਾ ਰਖਵਾਲਾ ਕੌਣ ਬਣੂ? ਇਸ ਕਰਕੇ ਰਾਜੇ ਜਿਹੜੇ ਸੀਗੇ, ਰਾਜੇ ਪਾਪ ਕਮਾਉਂਦੇ, ਉਹਨਾਂ ਨੇ ਇੰਨਾ ਪਾਪ ਕਮਾ ਲਿਆ ਆਪਦੀ ਪਰਜਾ ਨੂੰ ਹੀ ਉਹ ਖਾ ਗਏ, ਨਿਗਲ ਗਏ। ਇਹ ਬਾਬੇ ਨੇ ਉੱਥੇ ਸਿੱਧਾਂ ਨੂੰ ਆਖੀਆਂ ਸਾਰੀਆਂ ਗੱਲਾਂ, ਜਿਹੜੇ ਉੱਥੇ ਪਰਬਤਾਂ 'ਚ ਲੁਕ ਕੇ ਬੈਠੇ ਸੀ, ਕਿ ਇਹ ਵਿਚਾਰੇ ਲੋਕਾਂ ਦਾ ਹਾਲ ਹੋ ਚੁੱਕਾ ਹੈ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸੁੱਤ ਮੁਖੋਂ ਆ ਲਾਈ। ਕਿਸੇ ਨੂੰ ਕੋਈ ਗਿਆਨ ਨਹੀਂ, ਪਰਜਾ ਨੂੰ ਕੂੜ ਮੂੰਹ ਤੋਂ ਬੋਲਦੇ ਰਹਿੰਦੇ ਆ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਸੱਚ ਕੀ ਆ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਦ ਪਾਈ। ਆਮ ਕਰਕੇ ਕੀ ਹੁੰਦਾ, ਗੁਰੂ ਔਡਰ ਕਰਦਾ ਅਤੇ ਚੇਲੇ ਮੰਨਦੇ ਹੁੰਦੇ ਆ, ਇਵੇਂ ਹੁੰਦਾ। ਇੱਥੇ ਕੀ ਕਰਦਾ, ਚੇਲੇ ਜਿਹੜੇ ਆ ਗੁਰੂ ਨੂੰ ਨਚਾਉਂਦੇ ਆ। ਚੇਲੇ ਸਾਜ ਵਜਾਏਂਦੇ ਨੱਚਣ ਗੁਰੂ, ਗੁਰੂ ਦੇ ਅਨੁਸਾਰ ਚੇਲੇ ਚੱਲਦੇ ਹੁੰਦੇ ਆ। ਚੇਲੇ ਅਨੁਸਾਰ ਗੁਰੂ ਨੂੰ ਚੱਲਣਾ ਪੈ ਰਿਹਾ, ਉਲਟ ਗੱਲਾਂ ਹੋ ਰਹੀਆਂ। ਸੇਵਕ ਬੈਠਣ ਘਰਾਂ ਵਿੱਚ ਗੁਰੇ ਉੱਠ ਘਰੀ ਤਨਾੜੇ ਜਾਈ। ਚੇਲੇ ਘਰੇ ਬੈਠੇ ਆ, ਗੁਰੂ ਨੂੰ ਉਹਨਾਂ ਕੋਲ ਚੱਲ ਕੇ ਜਾਣਾ ਪੈਂਦਾ। ਇੱਦਾਂ ਦਾ ਇਹ ਹਾਲ ਹੋ ਚੁੱਕਾ ਹੈ। ਅਤੇ ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ। ਕਾਜੀ ਜਿਨ੍ਹਾਂ ਨੇ ਫੈਸਲਾ ਕਰਨਾ ਸੀਗਾ, ਸਹੀ ਫੈਸਲਾ, ਉਹਨਾਂ ਨੇ ਰਿਸ਼ਵਤ ਲੈ ਲਈ ਅਤੇ ਉਹ ਹੱਕ ਜਿਹੜਾ ਮਾਰ ਜਾਂਦੇ ਆ। ਫੈਸਲਾ ਸਹੀ ਨਹੀਂ ਹੋ ਰਿਹਾ, ਮਾਤ ਲੋਕ ਵਿੱਚ ਗਲਤ ਫੈਸਲੇ ਹੋ ਰਹੇ ਆ, ਹੱਕ 'ਚ ਫੈਸਲੇ ਨਹੀਂ ਹੋ ਰਹੇ। ਜਿਵੇਂ ਕਿ ਸਾਡੇ ਜਿਹੜੇ ਬੰਦੀ ਸਿੰਘ ਆ, ਅਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਪੂਰੀ ਹੋ ਚੁੱਕੀ ਆ, ਹੁਣ ਉਹਨਾਂ ਨੂੰ ਘਰ ਪਰਤਣਾ ਚਾਹੀਦਾ। ਤਾਂ ਇਹ ਉਦੋਂ ਬਾਬੇ ਨੇ ਕਈਆਂ ਗੱਲਾਂ ਅੱਜ ਹੋ ਰਹੀਆਂ। ਇਨਸਾਫ ਨਹੀਂ ਭਾਵ ਕੀ ਮਿਲ ਰਿਹਾ। ਕਿਉਂ? ਕਿਉਂਕਿ ਕਾਜੀ ਹੋਏ ਰਿਸ਼ਵਤੀ, ਉਦੋਂ ਕਾਜੀ ਸੀਗੇ, ਹੁਣ ਜਿਹੜੇ ਆਮ ਲੋਕ ਆ, ਕਾਨੂੰਨ ਦੇ ਜਿਹੜੇ ਪਹਿਰੇਦਾਰ ਬਣੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਐਡ ਆ। ਇਸਤਰੀ ਪੁਰਖੈ ਦਾਮ ਹਿੱਤ ਭਾਵੇਂ ਆਏ ਕਿਥਾਊ ਜਾਈ। ਬੰਦਾ ਇਨਸਾਨ ਜਿਹੜਾ ਉਹ ਆਪਦੀ ਘਰਵਾਲੀ ਨੂੰ, ਘਰਵਾਲੀ ਘਰਵਾਲੇ ਨੂੰ ਇਹ ਕਹਿ ਰਹੀ ਆ ਸਿਰਫ ਮੈਨੂੰ ਪੈਸਿਆਂ ਦੀ ਲੋੜ ਆ, ਤੂੰ ਜਿੱਥੇ ਮਰਜ਼ੀ ਜਾ ਅਤੇ ਜਿੱਥੇ ਮਰਜ਼ੀ ਆ। ਸਿਰਫ ਪੈਸੇ ਦਾ ਹੀ ਨਾਤਾ ਹੋ ਗਿਆ, ਵਰਤਿਆ ਪਾਪ ਸਭ ਸੇ ਜਗ ਮਾਏ। ਉਹ ਕਹਿੰਦੇ ਚਾਹੇ ਤੂੰ 7 ਸਮੁੰਦਰੋਂ ਪਾਰ ਜਾ, ਮੈਨੂੰ ਪੈਸੇ ਚਾਹੀਦੇ ਆ ਘਰ ਚਲਾਉਣ ਨੂੰ, ਮੇਰੇ ਵੱਲੋਂ ਤੂੰ ਜਿੱਥੇ ਮਰਜ਼ੀ ਰਹਿ। ਉਹ ਭਾਵ ਉਹ ਮੋਹ ਨਹੀਂ ਰਿਹਾ ਹੈਗਾ। ਅਖੀਰਲੀ ਪੰਕਤੀ ਵਿੱਚ ਕਹਿ ਦਿੱਤਾ, ਵਰਤਿਆ ਪਾਪ ਸਭ ਸੇ ਜਗ ਮਾਹੀ। ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਾਰੀ ਦੁਨੀਆ ਵਿੱਚ ਪਾਪ ਹੀ ਪਾਪ ਆ। ਧਰਮ ਜਿਹੜਾ ਹੈ ਉਹ ਰੋਲ ਦਿੱਤਾ, ਰਾਜਨੀਤੀ ਉਹਦੇ ਉੱਪਰ ਬੈਠੀ ਆ ਅਤੇ ਉਹਨੂੰ ਥੱਲੇ ਦੱਬ ਰਹੀ ਆ। ਇਹ ਸਿੱਧੋ ਜੀ ਹਾਲ ਆ। ਤਾਂ ਅੱਗੇ ਬਾਬੇ ਬਹੁਤ ਲੰਮੀ ਗੋਸ਼ਟ ਆ ਸਿੱਧਾਂ ਨਾਲ, ਬਹੁਤ ਜ਼ਿਆਦਾ ਲੰਮੀ ਚਰਚਾ। ਤਾਂ ਲੜੀਵਾਰ ਜਿਵੇਂ ਗੁਰੂ ਬੁਲਾਵੇਗਾ ਕਿ ਤਿਵੇਂ ਸਾਂਝ ਪਾਈ ਜਾਵੇਗੀ। ਇੱਕ ਇੱਕ ਅੱਖਰ ਬਾਬੇ ਨੇ ਸੱਚ ਆਖਿਆ ਸੁਮੇਰ ਪਰਬਤ 'ਤੇ। ਜੋ ਕਿਹਾ ਅੱਜ ਹੋ ਰਿਹਾ। ਪਤਾ ਬੰਦਾ ਕੌਣ ਬਚਦਾ? ਜਿਹੜਾ ਗੁਰੂ ਦਾ ਪੱਲਾ ਫੜਦਾ ਸਿਮਰਨ ਦਾ, ਉਹ ਇਹ ਤੋਂ ਬਚ ਸਕਦਾ। ਬਾਕੀਆਂ ਨੂੰ ਉਹ ਸਾਰੀ ਹਨੇਰੀ ਢਾ ਕੇ ਲੈ ਜਾਂਦੀ ਆ। ਨਾਨਕ ਈਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕਹਿ ਪਾਈਐ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ। ਨਾਮ ਜਪੋ ਮੇਰੇ ਸਾਜਨ ਸੈਣਾ, ਨਾਮ ਬਿਨਾ ਮੈਂ ਅਵਰ ਨ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਇੱਕ ਗੁਨਾਹ ਜੇ ਮਾਂ ਪਿਓ ਦੇਖੇ, ਦਿੰਦੇ ਦੇਸ਼ ਨਿਕਾਲਾ। ਲੱਖ ਗੁਨਾਹ ਮੇਰਾ ਮੌਲਾ ਦੇਖੇ, ਪਰਦੇ ਪਾਵਣ ਵਾਲਾ। ਮਾਂ ਪਿਓ ਵੀ ਗਲਤੀ ਹੋ ਜੇ, ਕਹਿੰਦੇ ਤੂੰ ਘਰੋਂ ਚਲਿਆ ਜਾ। ਗੁਰੂ ਨਿੱਤ ਹੀ ਗਲਤੀਆਂ ਵੇਖਦਾ, ਪਰ ਕਦੇ ਨਹੀਂ ਇਹ ਗੱਲ ਕਹਿੰਦਾ। ਤਾਂ ਉਹ ਮਹਾਨ ਆ, ਇਸ ਕਰਕੇ ਆ, ਉਹਦਾ ਦਿਲ ਬਹੁਤ ਵੱਡਾ। ਆਓ ਫਿਰ ਉਹਨੂੰ ਆਪਾਂ ਵਾਹਿਗੁਰੂ ਨੂੰ ਚੇਤੇ ਕਰੀਏ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ
वाहेगुरु जी का खालसा वाहेगुरु जी की फतेह। तो ठाकुर